ਫਿਰ ਹਿੰਦੂ ਰਾਜਿਆਂ ਦਾ ਫਰੇਬ। ਹਿੰਦੂ ਰਾਜੇ ਨਵੇਂ ਸੂਰਜ, ਨਵੀਂ ਸ਼ਰਾਰਤ ਸੋਚਦੇ ਸਨ। ਉਹਨਾਂ ਦੇ ਕੋਲ ਪੰਮਾ ਸ਼ਰਾਰਤੀ ਬੰਦਾ ਸੀ ਰਾਜਿਆਂ ਕੋਲੇ, ਪੰਮਾ ਪੁਰੋਹਿਤ। ਉਹ ਸਦਾ ਨਵੀਂ ਤੋਂ ਨਵੀਂ ਚਾਲ ਤੇ ਚਲਾਕੀ ਸੋਚਦਾ ਰਹਿੰਦਾ ਸੀ। ਜਦੋਂ ਘਮੰਡ ਚੰਦ ਨੇ ਹਥਿਆਰ ਸੁੱਟ ਦਿੱਤੇ, ਪੰਮੇ ਨੇ ਰਾਜੇ ਨੂੰ ਸਲਾਹ ਦਿੱਤੀ, ਮੇਰੇ ਵਿਚਾਰ ਵਿੱਚ ਅਸੀਂ ਤਲਵਾਰ ਸ਼ਕਤੀ ਨਾਲ ਤਾਂ ਗੁਰੂ ਜੀ ਨੂੰ ਜਿੱਤ ਨਹੀਂ ਸਕਦੇ, ਚਲਾਕੀ ਨਾਲ ਭਾਵੇਂ ਜਿੱਤ ਲਈਏ। ਨੀਤੀ ਵਿੱਚ ਦੁਸ਼ਮਣ ਨਾਲ ਲੜਾਈ ਸਮੇਂ ਫਰੇਬ ਕਰਨਾ ਕੋਈ ਪਾਪ ਨਹੀਂ। ਇਸ ਵਾਸਤੇ ਮੇਰੀ ਰਾਏ ਹੈ ਕਿ ਮੈਂ ਇੱਕ ਆਟੇ ਦੀ ਗਊ ਬਣਾਉਂਦਾ ਹਾਂ। ਉਸ ਗਊ ਦੇ ਗਲ ਇੱਕ ਚਿੱਠੀ ਬੰਨ੍ਹ ਕੇ ਕਿਲ੍ਹੇ ਸਾਹਮਣੇ ਰੱਖ ਦਿੱਤੀ ਜਾਵੇ। ਉਸ ਨੂੰ ਪੜ੍ਹ ਕੇ ਜ਼ਰੂਰ ਗੁਰੂ ਜੀ ਮੰਨ ਲੈਣਗੇ ਅਤੇ ਕਿਲ੍ਹੇ ਨੂੰ ਛੱਡ ਜਾਣਗੇ। ਜੇ ਨਾ ਛੱਡਣਗੇ ਤਾਂ ਗਊ ਹੱਤਿਆ ਲੱਗੇਗੀ ਅਤੇ ਉਹਨਾਂ ਨੂੰ ਬਦਨਾਮ ਕਰਾਂਗੇ। ਪੰਮਾ ਪੁਰੋਹਿਤ ਐਂ ਸੋਚਣ ਲੱਗ ਗਿਆ, ਰਾਜੇ ਨੂੰ ਇਹ ਗੱਲਾਂ ਕਹਿਣ ਲੱਗਾ ਵੀ ਐਂ ਕਰੀਏ ਆਪਾਂ। ਹੁਣ ਇੱਕ ਰਾਜੇ ਨੇ ਪੁੱਛਿਆ, ਕਹਿੰਦਾ ਉਸ ਚਿੱਠੀ ਵਿੱਚ ਕੀ ਲਿਖਿਆ ਜਾਵੇ ਜਿਹੜੀ ਆਪਾਂ ਗੁਰੂ ਜੀ ਨੂੰ ਪਾਉਣੀ ਹੈ ਜਾਂ ਲਿਖਣੀ ਹੈ? ਉਹ ਪੰਮਾ ਕਹਿੰਦਾ ਉਹ ਚਿੱਠੀ ਵਿੱਚ ਲਿਖਿਆ ਜਾਵੇ ਕਿ ਅਸਾਂ ਲੜਾਈਆਂ ਲੜ ਕੇ ਭੁੱਲਾਂ ਕੀਤੀਆਂ, ਖਿਮਾ ਕਰੋ, ਸਾਨੂੰ ਬਖਸ਼ ਲਓ। ਉਹ ਪੰਮੇ ਦਾ ਉੱਤਰ ਸੀ ਰਾਜਿਆਂ ਨੂੰ। ਫਿਰ ਉਹ ਚਿੱਠੀ ਨੂੰ ਤੁਸੀਂ ਹੀ ਤਿਆਰ ਕਰੋ, ਰਾਜੇ ਕਹਿੰਦੇ। ਰਾਜਿਆਂ ਦਾ ਬੋਲ ਸੀ ਪੰਮੇ ਪੁਰੋਹਿਤ ਨੂੰ, ਕਹਿੰਦੇ ਤੁਸੀਂ ਹੀ ਚਿੱਠੀ ਦਾ ਵੀ ਇੰਤਜ਼ਾਮ ਤੁਸੀਂ ਹੀ ਕਰੋ। ਹੁਣ ਪੰਮੇ ਪੁਰੋਹਿਤ ਨੇ ਇਕਾਂਤ ਵਿੱਚ ਬੈਠ ਕੇ ਇਕੱਲੇ ਨੇ ਸਤਿਗੁਰੂ ਜੀ ਵੱਲ ਇੱਕ ਲੰਮੀ ਚਿੱਠੀ ਲਿਖੀ ਜੋ ਇਸ ਤਰ੍ਹਾਂ ਸੀ। ਉਹ ਚਿੱਠੀ ਦੱਸਦੀ ਆ। ਹੁਣ ਚਿੱਠੀ ਦੇ ਵਿੱਚ ਕੀ ਲਿਖਦਾ ਪੰਮਾ ਪੁਰੋਹਿਤ ਆ ਜਿਹੜਾ, ਕਹਿੰਦਾ ਸਤਿਗੁਰੂ ਜੀ, ਮੈਂ ਸਾਰੇ ਰਾਜਿਆਂ ਵੱਲੋਂ ਅਰਦਾਸ ਕਰਦਾ ਹਾਂ ਕਿ ਰਾਜਿਆਂ ਨੂੰ ਖਿਮਾ ਬਖਸ਼ੋ। ਅਸੀਂ ਬਹੁਤ ਭੁੱਲਾਂ ਕੀਤੀਆਂ ਜੋ ਆਪ ਨਾਲ ਲੜਾਈਆਂ ਲੜੀਆਂ। ਹੁਣ ਰਾਜਿਆਂ ਦੀ ਜਾਨ ਸ਼ਿਕੰਜੇ ਵਿੱਚ ਫਸੀ ਹੋਈ ਹੈ। ਜੇ ਇਹ ਰਾਜੇ ਲੜਾਈ ਛੱਡ ਕੇ ਜਾਂਦੇ ਹਨ ਤਾਂ ਇਹਨਾਂ ਨੂੰ ਸ਼ਰਮ ਨਾਲ ਸਿਰ ਨੀਵਾਂ ਕਰਨਾ ਪੈਂਦਾ ਹੈ। ਅਤੇ ਦਿੱਲੀ ਦਾ ਬਾਦਸ਼ਾਹ ਔਰੰਗਜ਼ੇਬ ਡਾਂਟਦਾ ਵੀ ਹੈ ਇਹਨਾਂ ਨੂੰ ਵੀ ਤੁਸਾਂ ਨਾਲ ਲੜਦੇ ਹਨ ਤਾਂ ਘੋਰ ਪਾਪ ਕਰਦੇ ਆ, ਜੇ ਤੁਹਾਡੇ ਨਾਲ ਲੜਾਈ ਕਰਦੇ ਆ ਤਾਂ। ਪੰਮੇ ਪੁਰੋਹਿਤ ਨੇ ਕਿੱਡੀ ਚਲਾਕੀ ਕਰੀ, ਕਹਿੰਦਾ ਮਹਾਰਾਜ ਜੇ ਰਾਜੇ ਤੁਹਾਡੇ ਨਾਲ ਲੜਦੇ ਆ ਤਾਂ ਘੋਰ ਪਾਪ ਵਾਲੀ ਗੱਲ ਹੈ, ਜੇ ਹੁਣ ਲੜਦੇ ਨਹੀਂ ਤਾਂ ਔਰੰਗਜ਼ੇਬ ਡਾਂਟਦਾ। ਰਾਜਿਆਂ ਨੂੰ ਸ਼ਰਮ ਆਉਂਦੀ ਹੈ, ਉੱਕਾ ਹੀ ਲੜਨਾ ਨਹੀਂ ਚਾਹੁੰਦੇ, ਤੁਹਾਡੇ ਨਾਲ ਲੜਨਾ ਨਹੀਂ ਚਾਹੁੰਦੇ। ਇਸ ਵਾਸਤੇ ਆਟੇ ਦੀ ਗਊ ਦੀ ਸਹੁੰ ਖਾ ਕੇ ਆਖਦੇ ਹਾਂ ਕਿ ਆਪ ਜੇਕਰ ਥੋੜ੍ਹੇ ਸਮੇਂ ਵਾਸਤੇ, ਭਾਵੇਂ ਇੱਕ ਦਿਨ ਵਾਸਤੇ, ਅਨੰਦਪੁਰ ਤੋਂ ਕਿਲ੍ਹਾ ਲੋਹਗੜ੍ਹ ਛੱਡ ਜਾਵੋ ਤਾਂ ਅਸੀਂ ਝਟਪਟ ਵਾਪਸ ਆਪਣੇ ਘਰਾਂ ਨੂੰ ਚਲੇ ਜਾਵਾਂਗੇ। ਅਸੀਂ ਆਖਾਂਗੇ ਕਿ ਸਤਿਗੁਰੂ ਜੀ ਅਨੰਦਪੁਰੋਂ ਚਲੇ ਗਏ ਹਨ, ਇਸ ਕਰਕੇ ਅਸੀਂ ਲੜਾਈ ਜਿੱਤ ਕੇ ਆਏ ਹਾਂ। ਅਸੀਂ ਇਉਂ ਕਹਿ ਦਿਆਂਗੇ ਰਾਜਿਆਂ ਨੂੰ ਵੀ ਤੁਸੀਂ ਇੱਥੋਂ ਕੇਰਾਂ ਮਾੜੇ ਜੇ ਸਾਡੇ ਪਹਿਲਾਂ ਦੂਜੇ ਕਿਲ੍ਹੇ 'ਚ ਹੀ ਜਾ ਵੜੋ ਛੱਡ ਕੇ। ਅਸੀਂ ਆਖ ਦਿਆਂਗੇ ਰਾਜੇ ਨੂੰ ਵੀ ਅਸੀਂ ਤਾਂ ਜੀ ਇਹ ਲੜ ਕੇ ਆਏ ਹਾਂ ਅਤੇ ਸਤਿਗੁਰੂ ਜੀ ਕੱਢਤੇ ਅਸੀਂ ਉੱਥੋਂ, ਉਹ ਚਲੇ ਗਏ ਆ, ਅਸੀਂ ਜਿੱਤ ਵੀ ਆਏ ਹਾਂ, ਇਹ ਵੀ ਕਹਿ ਦਿਆਂਗੇ। ਤੁਸੀਂ ਅਸਾਂ ਦੀ ਬੇਨਤੀ ਨੂੰ ਪ੍ਰਵਾਨ ਕਰੋ। ਮਹਾਰਾਜ ਮੇਰੇ ਇਸ ਗੱਲ ਦੇ ਆਖੇ ਲੱਗੋ। ਅਸੀਂ ਗਊ ਦੀ ਸੁਗੰਧ ਖਾਂਦੇ ਹਾਂ, ਸਹੁੰ ਖਾਂਦੇ ਹਾਂ। ਮਹਾਰਾਜ ਦਤਾਰੋ, ਸਾਨੂੰ ਖਿਮਾ ਬਖਸ਼ੋ।
ਅਸਾਂ ਪਾਪੀ ਬੰਦਿਆਂ ਦੇ ਮੰਦੇ ਕਰਮਾਂ ਵੱਲ ਨਾ ਦੇਖੋ। ਪੂਰਨ ਭਰੋਸਾ ਕਿ ਅਸਾਂ ਦੀ ਬੇਨਤੀ ਪ੍ਰਵਾਨ ਹੋਵੇਗੀ। ਇਸ ਚਿੱਠੀ ਦੇ ਹੇਠਾਂ ਪ੍ਰੋਤ ਪਰਮਾਨੰਦ ਦੇ ਦਸਖਤ ਸਨ ਤੇ ਨਾਲ ਹੀ ਰਾਜਿਆਂ ਦੇ ਵੀ ਦਸਖਤ ਸਨ। ਇਹ ਚਿੱਠੀ ਆਟੇ ਦੀ ਗਊ ਦੇ ਗਲ ਨਾਲ ਬੰਨ੍ਹ ਕੇ ਰਾਤ ਦੇ ਹਨੇਰੇ ਵਿੱਚ ਕਿਲ੍ਹਾ ਲੋਹਗੜ੍ਹ ਦੇ ਦਰਵਾਜ਼ੇ ਅੱਗੇ ਚੌਂਕ ਪੂਰ ਕੇ ਰੱਖ ਦਿੱਤੀ ਗਈ। ਸਵੇਰ ਹੋਈ ਤਾਂ ਸਿੰਘਾਂ ਨੇ ਅਚਰਜ ਕੌਤਕ ਵੇਖਿਆ। ਗੋਹੇ ਮਿੱਟੀ ਦਾ ਪੋਚਾ ਫੇਰ ਕੇ ਆਟੇ ਦੀ ਗਊ ਟਕਾਈ ਹੋਈ ਸੀ। ਉਸ ਨੂੰ ਵੇਖ ਕੇ ਸਿੰਘ ਅੱਗੇ ਹੋਏ ਤੇ ਉਹਨਾਂ ਨੇ ਉਸ ਨੂੰ ਚੁੱਕ ਲਿਆ। ਚੁੱਕ ਕੇ ਸਤਿਗੁਰੂ ਜੀ ਦੇ ਪਾਸ ਲੈ ਕੇ ਆਏ। ਉਹ ਚਿੱਠੀ ਵੀ ਲਿਆਏ ਤੇ ਗਊ ਵੀ ਲਿਆਏ। ਹੁਣ ਸਤਿਗੁਰੂ ਜੀ ਨੇ ਗਊ ਦੇ ਗਲੋਂ ਚਿੱਠੀ ਲਾਹ ਕੇ ਪੜ੍ਹੀ ਤਾਂ ਸਤਿਗੁਰੂ ਜੀ ਹੱਸ ਪਏ। ਹੁਣ ਮਹਾਰਾਜ ਦੇ ਹੱਸਣ ਦਾ ਕਾਰਨ ਇਹ ਸੀ ਕਿ ਰਾਜੇ ਉਹਨਾਂ ਨਾਲ ਧੋਖਾ ਕਰ ਰਹੇ ਹਨ। ਅੰਤਰਜਾਮੀ ਸਾਰੀ ਖੇਡ ਨੂੰ ਜਾਣਦੇ ਸੀ। ਉਹਨਾਂ ਨੇ ਸਾਰੀ ਗੱਲ ਪ੍ਰਗਟ ਕਰ ਦਿੱਤੀ। ਜਦੋਂ ਚਿੱਠੀ ਦਾ ਭਾਵ ਸਿੰਘਾਂ ਨੇ ਸੁਣਿਆ ਤਾਂ ਉਹਨਾਂ ਦੇ ਮਨਾਂ ਉੱਤੇ ਵੱਖ-ਵੱਖ ਤਰ੍ਹਾਂ ਦਾ ਅਸਰ ਹੋਇਆ ਅਤੇ ਜੋ ਲੜਾਈਆਂ ਤੋਂ ਤੰਗ ਆ ਚੁੱਕੇ ਸਨ ਉਹਨਾਂ ਨੇ ਤਾਂ ਖੁਸ਼ੀ ਮਨਾਈ ਤੇ ਬੇਨਤੀ ਕੀਤੀ ਕਿ ਇੱਕ ਦਿਨ ਕਿਲੇ ਨੂੰ ਛੱਡ ਕੇ ਬਾਹਰ ਚਲੇ ਜਾਣਾ ਚਾਹੀਦਾ ਹੈ। ਹਿੰਦੂ ਹੋ ਕੇ ਗਊ ਦੀ ਸੁਗੰਧ ਚੁੱਕ ਰਹੇ ਹਨ। ਇਸ ਨਾਲੋਂ ਹੋਰ ਕੀ ਚੰਗਾ ਹੈ। ਐਸੇ ਲੋਕਾਂ ਦੀ ਗਿਣਤੀ ਬਹੁਤ ਵੱਡੀ ਸੀ ਅਤੇ ਦੂਸਰੇ ਆਖਦੇ ਸਨ ਕਿ ਪਹਾੜੀ ਰਾਜਿਆਂ ਦੀ ਸਹੁੰ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ। ਇਹ ਧੋਖੇਬਾਜ਼ ਹਨ। ਜ਼ਰੂਰ ਇਹ ਬੇਈਮਾਨੀ ਕਰਨਗੇ। ਕਿਲੇ ਨੂੰ ਕਦੀ ਨਹੀਂ ਛੱਡਣਾ ਚਾਹੀਦਾ। ਹੁਣ ਸਤਿਗੁਰੂ ਦੀ ਇਹੀ ਰਾਏ ਸੀ ਪਰ ਬਹੁਤ ਸੰਮਤੀ ਇਸ ਪੱਖ 'ਤੇ ਗਈ ਕਿ ਲੜਾਈ ਦਾ ਅੰਤ ਕਰਨਾ ਚੰਗਾ ਹੈ। ਜਿਹੜੇ ਡਰਦੇ ਸੀ ਨਾ ਜੰਗਾਂ ਯੁੱਧਾਂ ਤੋਂ ਮਸੰਦ ਉਹ ਇਹ ਗੱਲਾਂ ਕਰਨ ਲੱਗ ਗਏ ਕਿ ਬਚ ਜਾਈਏ ਲੜਾਈ ਤੋਂ, ਅਮਨ ਦੇ ਵਿੱਚ ਹੀ ਲਾਭ ਹੈ। ਆਖਰ ਸਤਿਗੁਰੂ ਜੀ ਕਿਲ੍ਹਾ ਛੱਡਣ ਵਾਸਤੇ ਤਿਆਰ ਹੋ ਪਏ। ਉਹ ਵੀ ਇਸ ਵਾਸਤੇ ਕਿ ਹਿੰਦੂ ਰਾਜਿਆਂ ਦੇ ਧੋਖੇ ਦਾ ਪਾਜ ਖੋਲ੍ਹਣ ਵਾਸਤੇ। ਹੁਣ ਸੰਸਾਰ ਨੂੰ ਦੱਸਣ ਕਿ ਗੁਲਾਮੀ ਨੇ ਇਹਨਾਂ ਦੇ ਧਾਰਮਿਕ ਵਿਸ਼ਵਾਸ ਨੂੰ ਕਿੰਨਾ ਕਮਜ਼ੋਰ ਕਰ ਦਿੱਤਾ ਹੈ। ਲੋਹਗੜ੍ਹ ਤੇ ਕਿਲ੍ਹਾ ਆਨੰਦਗੜ੍ਹ ਵਿੱਚ ਕੁਝ ਸਿੰਘ ਰਾਖੀ ਵਾਸਤੇ ਛੱਡ ਕੇ ਸਤਿਗੁਰੂ ਜੀ ਕਿਲ੍ਹਾ ਲੋਹਗੜ੍ਹ ਤੋਂ ਨਿਕਲ ਕੇ 2 ਕੋਹ ਦੀ ਬਾਟ 'ਤੇ ਨਿਰਮੋਹ ਨਗਰ ਵਿੱਚ ਜਾ ਵਰਾਜੇ। ਸਤਿਗੁਰੂ ਜੀ ਅਜੇ ਉੱਥੇ ਪੁੱਜੇ ਹੀ ਸਨ ਕਿ ਪਹਾੜੀ ਰਾਜਿਆਂ ਨੇ ਗਊ ਦੀ ਸਹੁੰ ਨੂੰ ਕੱਚੇ ਤੰਦ ਦੀ ਤਰ੍ਹਾਂ ਤੋੜ ਦਿੱਤਾ। ਅਜੇ ਮੋਰਚੇ ਵੀ ਨਹੀਂ ਸਨ ਲਾਏ ਕਿ ਰਾਜਿਆਂ ਦੀ ਸੈਨਾ ਨਿਰਮੋਹ ਨਗਰ ਵੱਲ ਆਉਣ ਲੱਗੀ। ਉਹਦਾ ਬਦਲਾ ਕਿ ਇੱਕ ਹਨੇਰੇ ਦੀ ਤਰ੍ਹਾਂ ਸੀ। ਘੋੜਿਆਂ ਦੇ ਸੁੰਬਾਂ ਦੇ ਨਾਲ ਧੂੜੀ ਉੱਡਦੀ ਚਲੀ ਆਉਂਦੀ ਸੀ। ਹੁਣ ਜਦੋਂ ਸਤਿਗੁਰੂ ਜੀ ਨੂੰ ਪਤਾ ਲੱਗਾ ਕਿ ਦੁਸ਼ਮਣ ਖੋਟੀ ਨੀਤ ਨਾਲ ਆ ਰਿਹਾ ਹੈ ਤਾਂ ਸਤਿਗੁਰਾਂ ਨੇ ਮੁਖੀ ਸਿੰਘਾਂ ਨੂੰ ਪਾਸ ਸੱਦ ਕੇ ਹੁਕਮ ਕੀਤਾ, ਦੇਖੋ ਤੁਸੀਂ ਆਖੇ ਨਹੀਂ ਸੀ ਲੱਗਦੇ, ਉਹ ਦੇਖੋ ਬੈਰੀ ਆ ਰਿਹਾ ਹੈ, ਡਟ ਕੇ ਮੁਕਾਬਲਾ ਕੀਤਾ ਜਾਵੇ।
ਰਾਜੇ ਬੇਈਮਾਨ ਹੋ ਗਏ ਹਨ। ਇਹਨਾਂ ਨੇ ਗਊ ਦੀ ਸਹੁੰ ਨੂੰ ਵੀ ਤੋੜ ਦਿੱਤਾ ਹੈ। ਬੇਈਮਾਨ ਥੁੱਕ ਕੇ ਚੱਟ ਗਏ। ਅਕਾਲ ਪੁਰਖ ਸਿੰਘਾਂ ਦੀ ਸਹਾਇਤਾ ਕਰੇਗਾ। ਭੈ ਕਰਨ ਵਾਲੀ ਕੋਈ ਗੱਲ ਨਹੀਂ ਹੈ। ਖੁਸ਼ੀ ਚਿੰਤਾ ਕਰੋ। ਮਹਾਰਾਜ ਕਹਿਣ ਲੱਗੇ ਸਿੰਘਾਂ ਨੂੰ, ਬੇਸੰਤ ਰਹੋ, ਅਕਾਲ ਪੁਰਖ ਵਾਹਿਗੁਰੂ ਚੰਗੀ ਕਰੇਗਾ, ਵਧੀਆ ਕਰੇਗਾ, ਤੁਹਾਡੀ ਸਹਾਇਤਾ ਵੀ ਕਰੇਗਾ। ਪਰ ਇਹਨਾਂ ਦੇ ਪਾਜ ਖੁੱਲ੍ਹ ਗਏ, ਝੂਠੀਆਂ ਸੌਹਾਂ ਖਾ ਕੇ ਆ ਚੜ੍ਹੇ। ਐਸੇ ਲੋਕਾਂ ਦੀ ਸਹੁੰ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ। ਮਹਾਰਾਜ ਕਹਿੰਦੇ ਤੁਸੀਂ ਨਹੀਂ ਹਟਦੇ। ਹੁਣ ਨਨਬੋਹ ਨਗਰ ਉੱਚੀ ਥਾਂ ਉੱਤੇ ਸੀ। ਉਸ ਦੇ ਕੋਠਿਆਂ ਉੱਪਰ ਮੋਰਚੇ ਲਾ ਕੇ ਸਿੰਘ ਡਟ ਗਏ। ਪਿੰਡ ਵਾਸੀ ਦੂਰ ਚਲੇ ਗਏ ਅਤੇ ਜੰਗ ਹੋਣ ਲੱਗੀ। ਖੂਬ ਕਟਾਵਟ ਹੋਈ। ਹੁਣ ਸਤਿਗੁਰੂ ਜੀ ਉੱਪਰ ਬੈਠੇ ਸਨ ਕਿ ਪਹਾੜੀਆਂ ਦੇ ਤੋਪਚੀ ਨੇ ਸਤਿਗੁਰੂ ਜੀ ਦੇ ਵੱਲ ਤੋਪ ਦਾ ਮੂੰਹ ਕਰਕੇ ਐਸਾ ਨਿਸ਼ਾਨਾ ਮਾਰਿਆ ਕਿ ਉਹ ਗੋਲਾ ਸਿੱਧਾ ਸਤਿਗੁਰੂ ਜੀ ਦੇ ਵੱਲ ਆਇਆ। ਪਰ ਅਕਾਲ ਪੁਰਖ ਦੇ ਰੱਖਣ ਦੇ ਰਾਹ ਨਿਆਰੇ ਸਨ। ਸਾਹਿਬ ਪਾਸੇ ਹੋ ਗਏ। ਗੋਲਾ ਪਿਛਲੇ ਸਿੰਘ ਨੂੰ ਵੱਜਾ ਜੋ ਚੌਰ ਕਰ ਰਿਹਾ ਸੀ, ਤੇ ਉਹ ਸਿੰਘ ਸ਼ਹੀਦ ਹੋ ਗਿਆ। ਉਹ ਸਿੰਘ ਦੀ ਸ਼ਹੀਦੀ ਨੂੰ ਵੇਖ ਕੇ ਸਤਿਗੁਰੂ ਜੀ ਬੜੇ ਕ੍ਰੋਧ ਵਿੱਚ ਆਏ। ਹੁਣ ਸਤਿਗੁਰੂ ਨੇ ਤੀਰ ਕਮਾਨ ਸੰਭਾਲੀ ਤੇ ਤੀਰ ਚਲਾਉਣੇ ਸ਼ੁਰੂ ਕਰ ਦਿੱਤੇ। ਪਹਿਲੇ ਤੀਰ ਨਾਲ ਤੋਪਚੀ ਨੂੰ ਪਾਰ ਵਲਾ ਦਿੱਤਾ। ਮਹਾਰਾਜ ਨੇ ਐਸਾ ਮੱਥੇ ਦਾ ਨਿਸ਼ਾਨਾ ਖਿੱਚ ਕੇ, ਜੋ ਤੋਪਚੀ ਨਾ ਦੂਜਾ ਨਿਸ਼ਾਨਾ ਲਾਉਣ ਲੱਗਿਆ ਸੀ ਨਾ ਜਦੋਂ ਤੋਪ ਦਾ, ਤੇ ਸਤਿਗੁਰੂ ਨੇ ਤੀਰ ਵਿੱਚ ਇੰਨੀ ਬਰਕਤ ਸੀ ਕਿ ਰਾਜਿਆਂ ਦੀ ਸੈਨਾ ਦਾ ਅੱਗੇ ਵਧਣਾ ਰੁਕ ਗਿਆ। ਸਿੰਘ ਵੀ ਬਹੁਤ ਜੋਸ਼ ਨਾਲ ਤੀਰਾਂ ਦੀ ਵਰਖਾ ਕਰਨ ਲੱਗੇ। ਇੱਥੋਂ ਤੱਕ ਕਿ ਮੋਰਚਿਆਂ ਵਿੱਚੋਂ ਨਿਕਲ ਕੇ ਰਾਜਿਆਂ ਦੀ ਸੈਨਾ ਦੇ ਗਲ ਜਾ ਪਏ ਤੇ ਹੱਥੋਂ ਹੱਥੀ ਲੜਾਈ ਕਰਨ ਲੱਗੇ। ਪਹਾੜੀਆਂ ਦੀ ਸੈਨਾ ਨਾਲੋਂ ਸਿੰਘਾਂ ਦੀ ਗਿਣਤੀ ਬਹੁਤ ਘੱਟ ਸੀ। ਐਸੀ ਘੱਟ ਜੋ ਮੁਕਾਬਲਾ ਵੀ ਸੀ ਨਹੀਂ ਕਰ ਸਕਦੀ। ਪਰ ਸਤਿਗੁਰੂ ਦੀ ਮਿਹਰ ਤੇ ਅਕਾਲ ਪੁਰਖ ਦੀ ਕਿਰਪਾ ਨਾਲ ਇੱਕ ਇੱਕ ਸਿੰਘ 100 ਪਹਾੜੀਏ ਨਾਲ ਲੜ ਰਿਹਾ ਸੀ। ਅੱਧੇ ਦਿਨ ਦੀ ਲੜਾਈ ਪਿੱਛੋਂ ਪਹਾੜੀਏ ਮੈਦਾਨ ਛੱਡ ਕੇ ਭੱਜ ਗਏ। ਫਤਿਹ ਸਿੰਘਾਂ ਦੀ ਹੋਈ। ਹੁਣ ਪੰਮੇ ਪ੍ਰੋਹਤ ਵਰਗੇ ਪਾਵਲ ਬ੍ਰਾਹਮਣ ਤਾਂ ਨੱਸ ਕੇ ਘਰ ਜਾ ਵੜੇ। ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਏ। ਸੱਚ ਵਾਲੇ ਪਾਸੇ ਸਦਾ ਵਾਹਿਗੁਰੂ ਦੀ ਮਦਦ ਹੁੰਦੀ ਹੈ। ਸਤਿਗੁਰੂ ਜੀ ਸੱਚੇ ਸਨ। ਆਪ ਸਤ ਧਰਮ ਨੇਕ ਕੰਮ ਤੇ ਲੋਕ ਭਲਾਈ ਵਾਸਤੇ ਲੜਦੇ ਸਨ। ਇਸ ਕਰਕੇ ਅਕਾਲ ਪੁਰਖ ਉਹਨਾਂ ਦੀ ਸਹਾਇਤਾ ਕਰਦਾ ਸੀ। ਪਹਾੜੀ ਰਾਜਿਆਂ ਦੇ ਨੱਠ ਜਾਣ ਦੇ ਪਿੱਛੋਂ ਸਤਿਗੁਰੂ ਜੀ ਮੁੜ ਲੋਹਗੜ੍ਹ ਦੇ ਕਿਲ੍ਹੇ ਵਿੱਚ ਆ ਪੁੱਜੇ। ਇਸ ਘਟਨਾ ਤੋਂ ਸਿੰਘਾਂ ਨੇ ਸਿੱਖਿਆ ਲਈ ਕਿ ਐਸੇ ਦੁਸ਼ਮਣ ਦੀ ਸਹੁੰ 'ਤੇ ਕਦੀ ਵੀ ਭਰੋਸਾ ਨਹੀਂ ਕਰਨਾ ਚਾਹੀਦਾ। ਸਤਿਗੁਰੂ ਜੀ ਕਹਿੰਦੇ ਦੇਖ ਲਓ, ਤੁਸੀਂ ਇਹਨਾਂ 'ਤੇ ਭਰੋਸਾ ਕਰਿਆ ਸੀ ਤੇ ਇਹਨਾਂ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ। ਸੌਹਾਂ ਤੋੜ ਕੇ ਮਗਰ ਲੜਾਈ ਕਰਨ ਆ ਪਏ ਰੜੇ ਮੈਦਾਨ ਦੇ ਵਿੱਚ। ਤੁਸੀਂ ਬਾਰ-ਬਾਰ ਜ਼ੋਰ ਦਿੰਦੇ ਸੀ ਵੀ ਚਲੋ ਮਹਾਰਾਜ ਜੀ ਨਹੀਂ ਹੁਣ ਲੜਦੇ, ਨਹੀਂ ਲੜਦੇ। ਆਹ ਦੇਖ ਲਓ ਇਹਨਾਂ ਦੇ ਕਾਰਜ। ਅੱਗੇ ਤੋਂ ਇਹਨਾਂ ਦੀ ਸਹੁੰ 'ਤੇ ਭਰੋਸਾ ਨਾ ਕਰਿਓ, ਮਹਾਰਾਜ ਕਹਿਣ ਲੱਗੇ। ਅੱਜ ਦੀ ਕਥਾ ਵਿਚਾਰੇ ਤੋਂ ਸਮਾਪਤ ਕਰਦੇ ਹਾਂ।
ਕਥਾ ਵਿਚਾਰ ਕਰਦਿਆਂ ਤੋਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਭੁੱਲਾਂ ਚੁੱਕਾਂ ਰਹਿ ਜਾਂਦੀਆਂ। ਅਣਜਾਣ ਬੱਚਾ ਸਮਝ ਕੇ ਮਾਫ਼ ਕਰੋ, ਅੱਗੇ ਵਾਸਤੇ ਸੁੱਧ ਬੁੱਧ ਚਾਓ ਭਾਉ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।